ਵੀ ਨਵੀਆਂ ਸੜਕਾਂ ਦੇ ਉੱਤੇ ਕਿੰਨੇ ਪੈਸੇ ਖਰਚ ਕੀਤੇ 5 ਸਾਲਾਂ 'ਚ, ਪੁਰਾਣੀਆਂ ਸੜਕਾਂ ਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਕਿੰਨੇ ਪੈਸੇ ਖਰਚ ਕੀਤੇ। ਸੜਕਾਂ ਦੀ ਮੇਨਟੇਨੈਂਸ ਤੇ ਕੀਤੇ ਗਏ ਖਰਚੇ ਦੀ ਡਿਟੇਲ ਉਹ ਹੈਗੀ 212 ਕਰੋੜ ਰੁਪਏ। ਮੇਰੇ ਵੱਲੋਂ ਹੁਣ ਇੱਕ ਰਿਮਾਈਂਡਰ ਗਿਆ ਸੀਬੀ ਆਫਿਸ ਨੂੰ ਵੀ ਮੈਂ ਕੋਈ 12 ਕਰੋੜ ਦੀ ਮੈਟਰ ਦੀ ਕੰਪਲੇਂਟ ਨਹੀਂ ਕੀਤੀ ਕਿ ਇਕੱਲੇ ਪੈਚ ਵਰਕ 212 ਕਰੋੜ ਦੇ ਵਿੱਚ ਜੋ ਵੀ ਇਹ ਕਹਿ ਰਹੇ ਨੇ ਇਹਨਾਂ ਨੇ ਕੋਈ ਸੜਕਾਂ ਵਾਈਡ ਕੀਤੀਆਂ ਨੇ, ਕਿਉਂਕਿ ਸਾਨੂੰ ਨਹੀਂ ਲੱਗਦਾ ਕਿ 212 ਕਰੋੜ ਰੁਪਈਆ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ ਜਾਂ ਸਾਡੇ ਸ਼ਹਿਰ ਦੇ ਰੱਖ ਰਖਾਅ ਵਾਸਤੇ ਲੱਗਿਆ। ਹੁਣ ਮੇਰੇ ਵੱਲੋਂ ਆਰਟੀਆਈ ਪਾ ਕੇ ਜਦੋਂ ਇਹਨਾਂ ਕੋਲੋਂ ਰਿਕਾਰਡ ਪੁੱਛਿਆ ਗਿਆ ਤਾਂ ਮੈਨੂੰ ਇਹ ਰਿਕਾਰਡ ਨਹੀਂ ਦੇ ਰਹੇ। ਨਗਰ ਨਿਗਮ ਦੀ B&R ਬ੍ਰਾਂਚ ਕੋਲੇ ਜੇ ਇਹ ਨਹੀਂ ਪਤਾ ਕਾਰਪੋਰੇਟਡ ਏਰੀਆ ਕਿੰਨਾ ਆ ਤਾਂ ਫਿਰ ਜੇ ਇਹ ਨਹੀਂ ਦੱਸ ਸਕਦੇ ਤਾਂ ਮੈਂ ਕੋਰਟ ਨੂੰ ਕਿੱਦਾਂ ਦੱਸ ਸਕਦਾ। ਇਹਨਾਂ ਅਫਸਰਾਂ ਨੂੰ ਸ਼ਾਇਦ ਇਹ ਸਮਝ ਨਹੀਂ ਹੈਗੀ ਕਿ ਇਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਵੀ ਰੁਕ ਜਾਣੀ ਆ। 23/9/2021 ਨੂੰ ਇਹਨਾਂ ਨੇ ਰਿਕਾਰਡ ਲੈ ਕੇ ਜਾਣਾ ਸੀ। ਤੁਸੀਂ ਇਹਨਾਂ ਨੂੰ ਪੁੱਛੋ ਵੀ ਕੀ ਇਹ ਰਿਕਾਰਡ ਲੈ ਕੇ ਗਏ ਨੇ। ਆਰਟੀਆਈ ਦੇ ਵਿੱਚ ਰਿਕਾਰਡ ਮੈਂ ਵੀ ਮੰਗ ਰਿਹਾ। ਅਗਰ ਇਹ ਕਹਿੰਦੇ ਰਿਕਾਰਡ ਜ਼ਿਆਦਾ ਤਾਂ ਅੱਜ 7.5 ਮਹੀਨੇ ਹੋ ਗਏ ਕੰਪਲੀਟ ਹੋਈ ਨੂੰ ਤੇ 7.5 ਮਹੀਨੇ ਦੇ ਵਿੱਚ ਇਹਨਾਂ ਕੋਲੋਂ ਰਿਕਾਰਡ ਨਹੀਂ ਇਕੱਠਾ ਹੋ ਰਿਹਾ। ਆ ਕਿੱਦਾਂ ਦੀਆਂ ਜਵਾਬ ਇਹਨਾਂ ਦੇ ਦੇਣ ਦੇ ਤਰੀਕੇ ਪੁੱਠੇ ਸਿੱਧੇ ਸੈਕਸ਼ਨ ਲਾਈ ਜਾਂਦੇ ਨੇ। ਇੱਕੋ ਪਹਿਰਾ 2 ਪਹਿਰੇ ਰਟੇ ਰਟਾਏ ਆ, ਉਹ ਥੱਲੇ ਅਫਸਰ ਉਹੀ ਸਾਈਨ ਕਰੀ ਜਾਂਦੇ ਪਏ ਨੇ। ਪੋਲੀਟੀਕਲ ਬੰਦਿਆਂ ਤੋਂ ਕੋਈ ਉਮੀਦ ਨਹੀਂ, ਅਫਸਰਾਂ ਨੇ ਤਾਂ ਖਾਦਾ। ਗੱਲ ਸੁਣੋ, ਅਫਸਰਾਂ ਨੇ ਕਿਉਂ ਜਵਾਬ ਦੇਣਾ, ਅਫਸਰਾਂ ਨੇ ਤਾਂ ਖਾਦਾ। ਘਟਾਲਾ ਕਾਂਗਰਸ ਦੀ ਸਰਕਾਰ ਦੇ ਦਰਮਿਆਨ ਹੋਇਆ। ਆ ਕੇ ਇਹਨਾਂ ਦੇ MLA ਸਾਹਿਬਾਨ, ਇਹਨਾਂ ਦੇ ਮੰਤਰੀ ਸਾਹਿਬਾਨ ਜਵਾਬ ਦੇਣ, ਦੱਸਣ ਵੀ ਕਿੱਥੇ 212 ਕਰੋੜ ਰੁਪਈਆ ਲੱਗਿਆ। ਪਾਣੀ ਦਾ ਬਿੱਲ ਦਿੰਨੇ ਆ, ਕੋਈ ਸੀਵਰੇਜ ਦਾ ਦਿੰਨੇ ਆ, ਕੋਈ ਪ੍ਰੋਪਰਟੀ ਟੈਕਸ ਦਾ ਦਿੰਨੇ ਆ, ਹਜ਼ਾਰਾਂ ਤਰ੍ਹਾਂ ਦੇ ਟੈਕਸ ਦਿੰਨੇ ਆ, ਕਾਉਂਸੈਸ ਦਿੰਨੇ ਆ, ਤਾਂ ਜਾ ਕੇ ਇਹ ਇੰਨਾ ਪੈਸਾ ਬਣਦਾ। ਤੇ ਤੁਸੀਂ ਖਰਚ ਕਰਤਾ ਮਿੰਟਾਂ ਦੇ ਵਿੱਚ। ਜਾਨੀ ਇੱਥੋਂ IAS PCS ਰਿਟਾਇਰ ਹੋਏ, ਉੱਥੇ ਜਾ ਕੇ ਕਮਿਸ਼ਨਰ ਲਾ ਗਏ। ਜੋ ਵੇ ਆਫ ਵਰਕਿੰਗ ਇੱਥੇ ਸੀ ਤਾਨਾਸ਼ਾਹੀ ਵਾਲੀ, ਉਹੀ ਤਾਨਾਸ਼ਾਹੀ ਵਾਲੀ ਵੇ ਆਫ ਵਰਕਿੰਗ ਉੱਥੇ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਆਰਟੀਆਈ ਦੇ ਵਿੱਚ ਇੰਨਾ ਕੁਛ ਹੈ ਜਿਹਦੀ ਉਹਨਾਂ ਨੂੰ ਖੁਦ ਨੌਲੇਜ ਹੀ ਹੈ ਨਹੀਂ। ਅਸੀਂ ਤਾਂ ਕਹਿੰਦੇ ਸਾਨੂੰ 2 ਮਹੀਨੇ ਵਾਸਤੇ ਇਨਫੋਰਮੇਸ਼ਨ ਕਮਿਸ਼ਨਰ ਲਗਾਓ ਤੇ ਤੁਸੀਂ ਇਨਫੋਰਮੇਸ਼ਨ ਦਾ ਆਰਟੀਆਈ ਐਕਟ ਦਾ ਟੈਰਰ ਜਿਹੜਾ ਹੈ ਨਾ ਉਹ ਦੇਖੋਗੇ ਕਿ ਐਕਟ ਦੀ ਕੀ ਪਾਵਰ ਔਰ ਐਕਟ ਦਾ ਕੀ ਟੈਰਰ ਹੈਗਾ। ਇਹਦੇ ਵਿੱਚ ਇਨਫੋਰਮੇਸ਼ਨ ਕਮਿਸ਼ਨਰ ਦਾ ਬਹੁਤ ਵੱਡਾ ਫੇਲੀਅਰ ਹੈ ਜੀ। ਉਹ ਕੋਈ ਕਾਰਵਾਈ ਨਹੀਂ ਕਰ ਰਹੇ ਇਹਨਾਂ ਅਫਸਰਾਂ ਦੇ ਉੱਤੇ। ਪਤਾ ਨਹੀਂ ਉਹਨਾਂ ਦੀ ਵੀ ਮਿਲੀ ਭੁਗਤ ਹੈ ਕੀ ਨਹੀਂ ਹੈਗੀ। ਤਾਂ ਉਹਨਾਂ ਦੀ FIR ਕਰਵਾਉਣ ਦੇ ਲਈ ਆਪਣੇ ਤੇ ਤਿਆਰ ਰਹੀਓ। ਪਰਚਾ ਤਾਂ ਦਰਜ ਹੋਣਾ ਫਿਰ ਇਸ ਮਾਮਲੇ ਦੇ ਉੱਤੇ ਕਿ ਤੁਸੀਂ ਸਰਕਾਰੀ ਧਨ ਦੇ ਵਿੱਚ ਗਬਨ ਕੀਤਾ। ਖਬਰ ਦਿਨ ਪਰ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਏਕਤਾ ਸਿੰਗਲਾ ਸਵਾਗਤ ਕਰਦੀ ਹਾਂ। ਲੁਧਿਆਣਾ ਨੂੰ ਆਮ ਤੌਰ ਤੇ ਸਮਾਰਟ ਸਿਟੀ ਕਿਹਾ ਜਾਂਦਾ ਹੈ। ਸਮਾਰਟ ਸਿਟੀ ਦੀ ਕੈਟਾਗਰੀ ਦੇ ਵਿੱਚ ਲੁਧਿਆਣਾ ਫਾਲ ਹੁੰਦਾ ਹੈ। ਮਗਰ ਲੁਧਿਆਣਾ ਦੀ ਜੋ ਸੜਕਾਂ ਦਾ ਹਾਲ ਹੈ ਉਹ ਸਭ ਨੂੰ ਪਤਾ ਹੈ। ਥੋੜੀ ਜਿਹੀ ਬਾਰਿਸ਼ ਹੋਣ ਤੇ ਵੀ ਜੋ ਬੁਰਾ ਹਾਲ ਹੁੰਦਾ ਸੜਕਾਂ ਦਾ, ਜਾਂ ਲੋਕਾਂ ਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਵੀ ਸਭ ਨੂੰ ਪਤਾ ਹੈ। ਮਗਰ ਫਿਰ ਵੀ ਕਾਰਪੋਰੇਸ਼ਨ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਲੁਧਿਆਣਾ ਦੇ ਵਿੱਚ 212 ਕਰੋੜ ਸੜਕਾਂ ਦੇ ਨਿਰਮਾਣ ਉੱਤੇ ਖਰਚ ਕੀਤਾ ਗਿਆ ਹੈ। ਮਗਰ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ ਬਾਰ-ਬਾਰ ਇਹੀ ਸਵਾਲ ਕਰਦੇ ਆ ਰਹੇ ਨੇ ਕਿ ਅਗਰ ਸੜਕਾਂ ਤੇ ਪੈਸਾ ਲੱਗਿਆ ਤਾਂ ਸਾਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ। ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ। ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਜਾਣਦੇ ਆ ਕੀ ਹੈ ਪੂਰਾ ਮਾਮਲਾ। ਸਰ, ਜੋ ਤੁਸੀਂ ਕਹਿ ਰਹੇ ਹੋ ਕਿ 212 ਕਰੋੜ ਦਾ ਖਰਚਾ ਉਹ ਕਹਿ ਰਹੇ ਨੇ ਕਿ ਅਸੀਂ ਕੀਤਾ ਹੈ, ਤੇ ਤੁਹਾਡੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹ ਖਰਚਾ ਕਿੱਥੇ ਕੀਤਾ ਹੈ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਮੈਡਮ, ਇਸ ਤਰ੍ਹਾਂ ਵੀ ਇਹਦੇ ਵਿੱਚ 2 ਸਵਾਲ ਸੀਗੇ ਵੀ ਨਵੀਆਂ ਸੜਕਾਂ ਦੇ ਉੱਤੇ ਕਿੰਨੇ ਪੈਸੇ ਖਰਚ ਕੀਤੇ 5 ਸਾਲਾਂ 'ਚ, ਪੁਰਾਣੀਆਂ ਸੜਕਾਂ ਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਕਿੰਨੇ ਪੈਸੇ ਖਰਚ ਕੀਤੇ। ਇਹਨਾਂ ਨੇ ਲਿਖ ਕੇ ਦਿੱਤਾ ਹੈ ਸਾਲ 2015-16 ਤੋਂ ਲੈ ਕੇ 19-20 ਤੱਕ ਸੜਕਾਂ ਦੀ ਮੇਨਟੇਨੈਂਸ ਤੇ ਕੀਤੇ ਗਏ ਖਰਚੇ ਦੀ ਡਿਟੇਲ ਉਹ ਹੈਗੀ 212 ਕਰੋੜ ਰੁਪਏ। ਤੇ ਜਦੋਂ ਮੈਨੂੰ ਇਹ ਇਨਫੋਰਮੇਸ਼ਨ ਆਈ ਹੈ 5/8/9/21 ਨੂੰ, ਤੇ ਮੈਂ ਇਸ ਮੈਟਰ ਦੀ ਪਹਿਲਾਂ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਇਨੀਸ਼ੀਅਲ ਸਟੇਜ ਤੇ ਮੈਂ ਇਹਦੀ ਕੰਪਲੇਂਟ ਲੋਕਲ ਬਾਡੀ ਵਿਭਾਗ ਦੇ CBO ਨੂੰ ਔਰ ਸਟੇਟ ਵਿਜੀਲੈਂਸ 'ਚ ਕਰਤੀ ਵੀ ਇਸ ਫਿਗਰ ਜਿਹੜੀ 212 ਕਰੋੜ ਦੀ ਸਾਨੂੰ ਕਿਤੇ ਲੱਗੀ ਨਹੀਂ ਲੱਗਦੀ। ਇਹਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਹੋ ਗਿਆ ਔਰ ਇਹ ਸ਼ਾਇਦ ਲੁਧਿਆਣਾ ਨਗਰ ਨਿਗਮ ਦਾ ਸਭ ਤੋਂ ਵੱਡਾ ਘੁਟਾਲਾ ਹੋਵੇ। ਔਰ ਇਹਦੇ ਵਿੱਚ ਇਹਨਾਂ ਕੋਲੋਂ ਰਿਕਾਰਡ ਸਾਰੇ ਕਾਲ ਫॉर ਕੀਤੇ ਜਾਣ ਵੀ ਇਹਨਾਂ ਨੇ ਕਿੱਥੇ ਪੈਚ ਕਦੋਂ ਲਾਏ, ਕਿਹੜਾ ਰਿਕਾਰਡ ਇਹਨਾਂ ਨੇ ਮੇਨਟੇਨ ਕੀਤਾ ਕਿ ਨਹੀਂ ਕੀਤਾ, ਜਿਹਦੇ 'ਚ ਪੈਚ ਵਰਕ ਵੀ ਹੈ ਸਾਰਾ। ਅੱਛਾ, ਮਾਮਲਾ ਜਦੋਂ ਮੀਡੀਆ ਦੇ ਵਿੱਚ ਉਛਲਿਆ ਤਾਂ ਇਹਨਾਂ ਦੇ ਕਿਸੇ ਆਫੀਸਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਤਾ ਜੀ ਕਿ ਅਸੀਂ
11-12 ਕਰੋੜ ਰੁਪਏ ਦਾ ਮਟੀਰੀਅਲ ਦਾ ਪੇਮੈਂਟ ਅਸੀਂ ਇਹਨਾਂ ਦੇ ਹੌਟ ਮਿਕਸ ਪਲਾਂਟ ਨੂੰ ਕੀਤੀ ਹੈ। ਮੈਟਰ ਉਹਨਾਂ ਨੇ ਐਵੇਂ ਮਤਲਬ ਡਿਲਿਊਟ ਜਾ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਮੇਰੇ ਵੱਲੋਂ ਹੁਣ ਇੱਕ ਰਿਮਾਈਂਡਰ ਗਿਆ CBO ਆਫਿਸ ਨੂੰ ਵੀ ਮੈਂ ਕੋਈ 12 ਕਰੋੜ ਦੀ ਮੈਟਰ ਦੀ ਕੰਪਲੇਂਟ ਨਹੀਂ ਕੀਤੀ ਕਿ ਇਕੱਲੇ ਪੈਚ ਵਰਕ 212 ਕਰੋੜ ਦੇ ਵਿੱਚ ਜੋ ਵੀ ਇਹ ਕਹਿ ਰਹੇ ਨੇ ਇਹਨਾਂ ਨੇ ਕੋਈ ਸੜਕਾਂ ਵਾਈਡ ਕੀਤੀਆਂ ਨੇ, ਕੋਈ ਰੀਕਾਰਪੇਟਿੰਗ ਕੀਤੀ ਹੈ ਰਿਪੇਅਰ ਐਂਡ ਮੇਨਟੇਨੈਂਸ ਦੇ ਖਾਤੇ ਦੇ ਵਿੱਚ, ਕੋਈ ਪੇਵਰਸ ਲਗਾਈਆਂ ਨੇ, ਕੁਝ ਵੀ ਕੀਤਾ। 212 ਕਰੋੜ ਦਾ ਸਾਰਾ ਰਿਕਾਰਡ ਇਹਨਾਂ ਦਾ ਕਾਲ ਫਰ ਕੀਤਾ ਜਾਵੇ, ਜਿਹੜਾ ਜਿਹਨੂੰ ਇਹਨਾਂ ਨੇ ਮੇਨਟੇਨੈਂਸ ਖਰਚੇ ਖਾਤੇ ਦੇ ਵਿੱਚ ਪਾ ਕੇ ਇਹਨਾਂ ਨੇ ਰਿਕਾਰਡ ਸ਼ੋਅ ਕੀਤਾ ਆ। ਕਿਉਂਕਿ ਸਾਨੂੰ ਨਹੀਂ ਲੱਗਦਾ ਕਿ 212 ਕਰੋੜ ਰੁਪਈਆ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ ਜਾਂ ਸਾਡੇ ਸ਼ਹਿਰ ਦੇ ਰੱਖ ਰਖਾਅ ਵਾਸਤੇ ਲੱਗਿਆ। ਤਾਂ ਹੁਣ ਮੇਰੇ ਵੱਲੋਂ RTI ਪਾ ਕੇ ਜਦੋਂ ਇਹਨਾਂ ਕੋਲੋਂ ਰਿਕਾਰਡ ਪੁੱਛਿਆ ਗਿਆ ਤਾਂ ਮੈਨੂੰ ਇਹ ਰਿਕਾਰਡ ਨਹੀਂ ਦੇ ਰਹੇ। ਰਿਕਾਰਡ ਇਹ ਕਦੇ ਕਹਿ ਦਿੰਦੇ ਆ ਜੀ ਵੋਲੂਮਨਸ ਹੈ, ਬਹੁਤ ਜ਼ਿਆਦਾ ਹੈ, ਦਿਸ ਦੈਟ, ਐਵੇਂ ਕੋਈ ਉਲਟੀਆਂ ਸਿੱਧੀਆਂ ਐਕਟ ਦੀਆਂ ਧਾਰਾਵਾਂ ਲਾ ਕੇ ਕੋਈ ਇਨਰੈਲੀਵੈਂਟ ਜੀਆਂ ਜਜਮੈਂਟਸ ਲਗਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਇਨਫੋਰਮੇਸ਼ਨ ਨੂੰ ਇਨਕਾਰ ਕਰੀ ਜਾਂਦੇ ਪਏ ਆ। ਅਤੇ ਪਹਿਲਾਂ ਜਿਹੜਾ ਲੋਕਲ ਬਾਡੀ ਵਿਭਾਗ ਦਾ CBO ਵਿੰਗ ਹੈ ਉਹਨਾਂ ਨੇ ਇਹਨਾਂ ਸੰਬੰਧਿਤ ਅਫਸਰਾਂ ਨੂੰ ਚਿੱਠੀ ਕੱਢੀ ਸੀ ਵੀ ਤੁਸੀਂ ਰਿਕਾਰਡ ਲੈ ਕੇ ਚੰਡੀਗੜ੍ਹ ਆਓ। ਇਹ ਰਿਕਾਰਡ ਲੈ ਕੇ ਚੰਡੀਗੜ੍ਹ ਨਹੀਂ ਗਏ ਕਿਉਂਕਿ ਉਸ ਦਿਨ ਕੋਈ ਸੈਕਟਰੀ ਸਾਹਿਬ ਜਿਹੜੇ ਇਹਨਾਂ ਦੇ ਸਮਾਰਟ ਸਿਟੀ ਦੇ ਆ ਰਹੇ ਸੀ ਲੁਧਿਆਣੇ। ਤਾਂ ਇਹਨਾਂ ਨੇ ਸ਼ਾਮ ਨੂੰ 5 ਵਜੇ ਦੇ ਕਰੀਬ ਉਹਨਾਂ ਨੂੰ ਮੇਲ ਕਰਤੀ ਕਿ ਅਸੀਂ ਆ ਨਹੀਂ ਸਕਦੇ ਅਤੇ ਤੁਸੀਂ ਆਹ ਪ੍ਰੋਬਲਮ ਹੈਗੀ ਆ। ਉਸ ਤੋਂ ਬਾਅਦ ਸਖਤ ਰੁਖ ਲੈਂਦੇ ਹੋਏ ਜਿਹੜਾ ਇਹਦਾ ਪੰਜਾਬ ਸਰਕਾਰ ਦਾ ਸਥਾਨਕ ਸਰਕਾਰ ਵਿਭਾਗ ਵਿਜੀਲੈਂਸ ਸੈੱਲ, ਉਹਨਾਂ ਨੇ 4 ਅਫਸਰਾਂ ਨੂੰ ਚਿੱਠੀ ਕੱਢੀ। ਸ਼੍ਰੀ ਤੀਰਥ ਬਾਂਸਲ ਨਿਗਰਾਨ ਇੰਜੀਨੀਅਰ ਜ਼ੋਨ ਏ, ਸ਼੍ਰੀ ਪ੍ਰਵੀਨ ਸਿੰਗਲਾ ਨਿਗਰਾਨ ਇੰਜੀਨੀਅਰ ਜ਼ੋਨ B, ਹਰਕਿੰਦਰਪਾਲ ਸਿੰਘ ਨਿਗਰਾਨ ਇੰਜੀਨੀਅਰ ਜ਼ੋਨ C ਅਤੇ ਰਾਹੁਲ ਗਗਨੇਜਾ ਨਿਗਰਾਨ ਇੰਜੀਨੀਅਰ ਜ਼ੋਨ C। ਇਹਦੇ D ਇਹਨਾਂ ਦੇ ਵਿੱਚ ਇਹਨਾਂ ਨੇ CBO ਸਾਹਿਬ ਨੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਕੱਢਿਆ ਆ। ਉਹਨਾਂ ਨੇ ਲਿਖਿਆ ਕਿ ਲਗਭਗ 3 ਮਹੀਨੇ ਦਾ ਸਮਾਂ ਬੀਤਣ ਉਪਰੰਤ ਵੀ ਰਿਪੋਰਟ ਨਾ ਪ੍ਰਾਪਤ ਹੋਣ ਕਾਰਨ ਆਪ ਨੂੰ ਨਿੱਜੀ ਤੌਰ 'ਤੇ ਬੁਲਾਏ ਜਾਣ 'ਤੇ ਆਪ ਨਾ ਹਾਜ਼ਰ ਹੋਣਾ ਇਹ ਸਾਬਤ ਕਰਦਾ ਹੈ ਕਿ ਆਪ ਵੱਲੋਂ ਵਿਸ਼ੇ ਅਧੀਨ ਸ਼ਿਕਾਇਤ ਦੀ ਚੱਲ ਰਹੀ ਪੜਤਾਲ ਵਿੱਚ ਸਹਿਯੋਗ ਨਹੀਂ ਦੇਣਾ ਚਾਹੁੰਦੇ ਤਾਂ ਜੋ ਪੜਤਾਲ ਲੰਬਿਤ ਰਹਿ ਸਕੇ। ਇਸ ਦਾ ਸਰਕਾਰ ਵੱਲੋਂ ਗੰਭੀਰ ਨੋਟਿਸ ਲਿਆ ਹੈ। ਇਸ ਲਈ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਜੀ ਦੇ ਹੁਕਮ ਮਿਤੀ 16/9/2021 ਦੇ ਸਨਮੁਖ ਆਪ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਵੱਲੋਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਸੰਬੰਧੀ ਆਪਣਾ ਸਪਸ਼ਟੀਕਰਨ ਜਵਾਬ ਮਿਤੀ 23/9/2021 ਨੂੰ ਇਸ ਦਫ਼ਤਰ ਦੇ ਵਿੱਚ ਸੰਬੰਧਿਤ ਰਿਕਾਰਡ ਲੈ ਕੇ ਪੇਸ਼ ਕੀਤਾ ਜਾਵੇ। ਮਿੱਥੇ ਸਮੇਂ ਅੰਦਰ ਜਵਾਬ ਪ੍ਰਾਪਤ ਹੋਣ ਦੀ ਸੂਰਤ ਵਿੱਚ ਅਨੁਸ਼ਾਸਿਤ ਕਾਰਵਾਈ ਕਰਨ ਦੀ ਕਾਰਵਾਈ ਆਰੰਭ ਦਿੱਤੀ ਜਾਵੇਗੀ। ਜੇ ਜਵਾਬ ਜਾਣੀ ਨਾ ਮਿਲਿਆ ਤਾਂ ਕਾਰਵਾਈ ਡਿਸਪਲਿਨਰੀ ਐਕਸ਼ਨ ਸ਼ੁਰੂ ਹੋ ਜਾਏਗਾ। ਉਤਾਰਾ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਭੇਜਿਆ, ਲੁਧਿਆਣਾ ਨਗਰ ਨਿਗਮ ਦੇ ਸੁਪਰਡੈਂਟ ਸਥਾਨਕ ਸਰਕਾਰ 1 ਨੂੰ ਭੇਜਿਆ। ਇਹ ਹੁਣ ਇੱਥੇ ਮੈਟਰ ਹੈਗਾ 7 ਮਹੀਨੇ ਹੋ ਗਏ ਮੈਨੂੰ। 7 ਮਹੀਨਿਆਂ ਦੇ ਵਿੱਚ ਮੈਂ ਇਹਨਾਂ ਨੂੰ 5-6 ਚਿੱਠੀਆਂ ਲਿਖ ਚੁੱਕਾ। ਇਸ ਮੈਟਰ ਨੂੰ ਲੈ ਕੇ ਮੈਂ ਹਾਈ ਕੋਰਟ ਵੀ ਗਿਆ ਕਿ ਇਹ ਮੈਟਰ ਦੇ ਵਿੱਚ ਬੜਾ ਵੱਡਾ ਘੁਟਾਲਾ ਹੋ ਗਿਆ। ਉਹਦੇ ਵਿੱਚ ਕੋਰਟ ਵੱਲੋਂ ਕੁਝ ਮੇਰੇ ਮੂਹਰੇ ਕੁਝ ਸਵਾਲ ਕੀਤੇ ਗਏ ਜਿਨ੍ਹਾਂ ਦਾ ਮੇਰੇ ਕੋਲ ਜਵਾਬ ਨਹੀਂ ਸੀ। ਅਸੀਂ ਕੋਰਟ ਕੋਲੋਂ ਟਾਈਮ ਮੰਗਿਆ, ਉਹ ਜਿਹੜੀ ਰਿਟ ਡਿਸਪੋਜ਼ ਆਫ ਹੋ ਗਈ ਵਿਡਰਾ ਕਰਕੇ। ਉਹੀ ਸਵਾਲ ਆ ਕੇ ਮੈਂ ਇਹਨਾਂ ਕੋਲੋਂ ਮੰਗੇ ਕਿ ਕਾਰਪੇਟਡ ਏਰੀਆ ਕਿੰਨਾ। ਕੋਰਟ ਨੇ ਮੈਨੂੰ ਪੁੱਛਿਆ ਕਾਰਪੇਟਡ ਏਰੀਆ ਕਿੰਨਾ, ਮੈਂ ਇਹਨਾਂ ਨੂੰ ਪੁੱਛ ਲਿਆ ਕਾਰਪੇਟਡ ਏਰੀਆ ਕਿੰਨਾ। ਹੁਣ ਉਸ ਸਵਾਲ ਦਾ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਲੁਧਿਆਣਾ ਨਗਰ ਨਿਗਮ ਦੀ B&R ਬ੍ਰਾਂਚ ਕੋਲੇ ਜੇ ਇਹ ਨਹੀਂ ਪਤਾ ਕਾਰਪੇਟਡ ਏਰੀਆ ਕਿੰਨਾ ਆ ਤਾਂ ਫਿਰ ਜੇ ਇਹ ਨਹੀਂ ਦੱਸ ਸਕਦੇ ਤਾਂ ਮੈਂ ਕੋਰਟ ਨੂੰ ਕਿੱਦਾਂ ਦੱਸ ਸਕਦਾ। ਤਾਂ ਹੌਲੀ ਹੌਲੀ ਕਰਕੇ ਇੱਦਾਂ ਹੈ ਕਿ ਐਵੀਡੈਂਸ ਡੇ ਬਾਈ ਡੇ ਜਨਰੇਟ ਹੋਈ ਜਾ ਰਹੇ ਆ। ਜਿਹੜਾ ਇਹਨਾਂ ਦਾ ਇਹ ਸੋਚ ਹੈ ਨਾ ਕਿ ਅਸੀਂ ਕੰਪਲੇਂਟ ਨੂੰ ਲਿੰਗਰ ਔਨ ਕਰਕੇ ਤੇ ਕਿਸੇ ਤਰੀਕੇ ਖ਼ਤਮ ਹੋ ਜੂਗੀ ਜਾਂ ਇਹ ਡਿਲਿਊਟ ਹੋ ਜੂਗੀ ਕੰਪਲੇਂਟ, ਤਾਂ ਐਂਡ ਆਫ ਦਾ ਡੇ ਜਿੱਦਣ ਚਾਹੇ 2 ਸਾਲ ਚਾਹੇ 4 ਸਾਲ ਇਹਨਾਂ ਅਫਸਰਾਂ ਨੂੰ ਸ਼ਾਇਦ ਇਹ ਸਮਝ ਨਹੀਂ ਹੈਗੀ ਕਿ ਇਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਵੀ ਰੁਕ ਜਾਣੇ ਆ ਇਸ ਮੈਟਰ ਦੇ ਵਿੱਚ, ਕਿਉਂਕਿ ਇਹ ਬਹੁਤ ਵੱਡੀ ਫਾਈਨੈਂਸ਼ੀਅਲ ਅੰਬੈਜ਼ਲਮੈਂਟ ਆ। ਔਰ ਐਡੀ ਫਾਈਨੈਂਸ਼ੀਅਲ ਅੰਬੈਜ਼ਲਮੈਂਟ ਹੈ ਕਿ ਲੁਧਿਆਣੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਤਿਹਾਸ 'ਚ B&R ਨੇ ਐਡੀ ਵੱਡੀ ਫਾਈਨੈਂਸ਼ੀਅਲ ਅੰਬੈਜ਼ਲਮੈਂਟ ਅਫਸਰਾਂ ਨੇ ਨਹੀਂ ਕੀਤੀ। ਸੋ ਇਹ ਚਿੱਠੀ ਦੇ ਵਿੱਚ ਕਲੀਅਰ ਕੱਟ ਉਹਨਾਂ ਦਾ ਲੋਕਲ ਬਾਡੀ ਵਿਭਾਗ ਦਾ CBO ਵੀ ਇੰਗੀ ਕਹਿ ਰਿਹਾ ਵੀ ਇਹ ਇਨਕੁਆਇਰੀ ਦੇ ਵਿੱਚ
ਕੋਆਪਰੇਟ ਨਹੀਂ ਕਰ ਰਹੇ, ਇਹਨਾਂ ਨੂੰ ਸ਼ੋਕਾਜ਼ ਨੋਟਿਸ ਕਰ ਦਿੱਤਾ, ਕਾਰਨ ਦੱਸੋ ਨੋਟਿਸ ਕਰ ਦਿੱਤਾ, ਇਹਨਾਂ ਨੂੰ ਹੁਣ ਫਰਦਰ ਇਹਨਾਂ 'ਤੇ ਐਕਸ਼ਨ ਦੀ ਤਿਆਰੀ ਹੈ। ਤਾਂ ਹੁਣ ਮੈਂ ਮੀਡੀਆ ਦੇ ਅੱਗੇ ਬੇਨਤੀ ਕਰੂੰਗਾ ਕਿ ਤੁਸੀਂ ਇਹਨਾਂ 4 ਅਫਸਰਾਂ ਨੂੰ ਜਿਨ੍ਹਾਂ ਦੇ ਨਾਮ ਲਿੱਤੇ ਆ 23/9/2021 ਨੂੰ ਇਹਨਾਂ ਨੇ ਰਿਕਾਰਡ ਲੈ ਕੇ ਜਾਣਾ ਸੀ, ਤੁਸੀਂ ਇਹਨਾਂ ਨੂੰ ਪੁੱਛੋ ਵੀ ਕੀ ਇਹ ਰਿਕਾਰਡ ਲੈ ਕੇ ਗਏ ਨੇ, ਰਿਕਾਰਡ ਲੈ ਕੇ ਗਏ ਨੇ, ਕੀ ਰਿਕਾਰਡ ਦਿੱਤਾ। RTI ਦੇ ਵਿੱਚ ਰਿਕਾਰਡ ਮੈਂ ਵੀ ਮੰਗ ਰਿਹਾ, ਅਗਰ ਇਹ ਕਹਿੰਦੇ ਰਿਕਾਰਡ ਜ਼ਿਆਦਾ ਤਾਂ ਅੱਜ 7.5 ਮਹੀਨੇ ਹੋ ਗਏ ਕੰਪਲੇਂਟ ਹੋਈ ਨੂੰ, ਤੇ 7.5 ਮਹੀਨੇ ਦੇ ਵਿੱਚ ਇਹਨਾਂ ਕੋਲੋਂ ਰਿਕਾਰਡ ਨਹੀਂ ਇਕੱਠਾ ਹੋ ਰਿਹਾ, ਨੰਬਰ 1। ਨੰਬਰ 2 ਦੇ ਉੱਤੇ ਸੈਕਸ਼ਨ 4 ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਐਕਟ 'ਤੇ ਇਹਨਾਂ ਨੇ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਕਰਨਾ ਸੀ, ਤਾਂ ਹਾਰਡਲੀ ਇਟਸ ਏ ਮੈਟਰ ਆਫ 10 ਮਿੰਟ ਜੌਬ ਕਿ ਤੁਸੀਂ ਪੈਨ ਡਰਾਈਵ ਲਾਓ ਔਰ ਸਾਰਾ ਡਾਟਾ ਕਾਪੀ ਕਰਕੇ ਦੇ ਦਿਓ, ਐਪਲੀਕੈਂਟ ਨੂੰ ਵੀ ਦੇ ਦਿਓ, ਵਿਜੀਲੈਂਸ ਨੂੰ ਵੀ ਦੇ ਦਿਓ, ਗੱਲ ਖਤਮ ਹੋ ਜੂਗੀ। ਤਾਂ ਸਾਨੂੰ ਇੱਦਾਂ ਲੱਗਦਾ ਹੈ ਕਿ ਇਹਨਾਂ ਨੇ ਜਿਹੜਾ ਰਿਕਾਰਡ ਹੈ ਉਹ ਵੀ ਕੰਪਿਊਟਰਾਈਜ਼ਡ ਨਹੀਂ ਕੀਤਾ। ਮੈਂ ਇੱਥੇ ਤੁਹਾਨੂੰ ਇੱਕ ਲੈਟਰ ਦਿਖਾਉਣਾ, ਆਹ ਦੇਖੋ ਆਹ ਕਿੱਦਾਂ ਦੀਆਂ ਜਵਾਬ ਇਹਨਾਂ ਦੇ ਦੇਣ ਦੇ ਤਰੀਕੇ, ਪੁੱਠੇ ਸਿੱਧੇ ਸੈਕਸ਼ਨ ਲਾਈ ਜਾਂਦੇ ਨੇ, ਇੱਕੋ ਪੈਰਾ 2 ਪੈਰੇ ਰਟੇ ਰਟਾਏ ਆ, ਉਹ ਥੱਲੇ ਅਫਸਰ ਉਹੀ ਸਾਈਨ ਕਰੀ ਜਾਂਦੇ ਪਏ ਨੇ। ਅਤੇ ਇਹ ਹੁਣ ਕਾਫੀ ਮਤਲਬ ਵੱਡਾ ਮੈਟਰ ਬਣ ਗਿਆ। ਇੱਕ ਆਹ ਦੇਖੋ ਤੁਸੀਂ, ਕਾਰਪੋਰੇਸ਼ਨ ਆਫਿਸ ਆਫ ਦੀ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਇਨਫੋਰਮੇਸ਼ਨ ਕਮਿਸ਼ਨ ਨੇ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈਗਾ, ਡਿਪਾਰਟਮੈਂਟ ਆਫ ਗਵਰਨੈਂਸ, ਉਹਨੂੰ ਵੀ ਲੈਟਰ ਲਿਖ ਦਿੱਤਾ ਕਿ ਇਹਨਾਂ ਦਾ ਸੈਕਸ਼ਨ 4 ਥੱਲੇ ਰਿਕਾਰਡ ਕੰਪਿਊਟਰਾਈਜ਼ਡ ਕਰਾਇਆ ਜਾਵੇ। ਇਹ ਆਲਰੇਡੀ ਪਹਿਲਾਂ ਰਿਕਾਰਡ ਕੰਪਿਊਟਰਾਈਜ਼ਡ ਹੋਣ ਦੇ ਨਾਲ ਇੰਨਾ ਕੁ ਬੈਨੀਫਿਟ ਹੋ ਜਾਊਗਾ ਵੀ ਕੋਈ ਵੀ ਬੰਦਾ ਸ਼ਹਿਰ ਦਾ ਜਾਂ ਬਾਹਰ ਬੈਠਾ ਕੋਈ ਰਿਕਾਰਡ ਲੈਣਾ ਚਾਹੁੰਦਾ ਹੈ, ਅੱਧੇ ਤੋਂ ਜ਼ਿਆਦਾ ਰਿਕਾਰਡ ਤਾਂ ਇਹਨਾਂ ਦੀ ਵੈਬਸਾਈਟ 'ਤੇ ਹੀ ਆ ਜਾਣਾ। ਜਿਹੜਾ ਰਹਿੰਦਾ ਆ ਉਹ ਸਿੰਪਲ ਇਹ ਪੈਨ ਡਰਾਈਵ ਜਾਂ CD ਦੇ ਵਿੱਚ ਪਾ ਕੇ ਦੇ ਸਕਦੇ ਆ। ਤਾਂ ਹੁਣ ਚਾਰੋਂ ਤਰਫੋਂ ਘਿਰ ਗਏ ਆ, ਇੱਕ ਪਾਸੇ ਰਿਕਾਰਡ ਕੰਪਿਊਟਰਾਈਜ਼ਡ ਕਰਨ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਰਿਕਾਰਡ ਨਾ ਦੇਣਾ, ਤੀਜੇ ਪਾਸੇ 212 ਕਰੋੜ ਰੁਪਈਆ ਕਿੱਥੇ ਖਰਚਿਆ, ਉਹਦੀ ਕੱਲੀ ਕੋਈ ਮੇਜਰਮੈਂਟ ਬੁੱਕਾਂ, ਕੋਈ ਉਹਨਾਂ ਦੇ ਰਜਿਸਟਰ, ਉਹਨਾਂ ਦੇ ਵਿੱਚ ਐਂਟਰੀਆਂ, ਔਰ ਕਿਹੜੇ ਟੈਂਡਰ ਸੀ, ਕਿਸ ਤਰੀਕੇ ਨਾਲ ਫਲੋਟ ਹੋਏ, ਕਿਹੜੇ ਵਰਕ ਆਰਡਰ ਜਾਰੀ ਹੋਏ, ਇਹ ਸਾਰਾ ਕੁਝ ਬੜਾ ਮਤਲਬ ਇਹਦੇ ਵਿੱਚ ਧੁੰਦਲਾ ਜਿਹਾ ਹੋ ਗਿਆ ਜੀ। ਸੱਭਰਵਾਲ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਜੋ ਇਹ ਸਭ ਹੋ ਰਿਹਾ ਕਿਤੇ ਨਾ ਕਿਤੇ ਸਰਕਾਰ ਦੀ ਵੀ ਮਿਲੀ ਭੁਗਤ ਹੈ? ਕਿਉਂਕਿ ਆਫੀਸਰ ਜਵਾਬ ਨਹੀਂ ਦੇ ਰਹੇ, ਆਫੀਸਰ ਉਹਨਾਂ ਨੂੰ ਜਵਾਬ ਦੇਣੇ ਪੈਣਗੇ, ਬਟ ਸਟਿਲ ਉਹ ਜਵਾਬ ਨਹੀਂ ਦੇ ਰਹੇ, ਕਿਤੇ ਨਾ ਕਿਤੇ ਸਰਕਾਰਾਂ ਦੀ ਸਭ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ। ਦੇਖੋ, ਜਦੋਂ ਮੈਂ ਐਡਾ ਵੱਡਾ ਐਲੀਗੇਸ਼ਨ ਲਗਾ ਰਹੇ ਹਾਂ, ਜਿਹਦਾ ਮੈਂ ਸਬਜੈਕਟ ਹੀ ਲਿਖਿਆ ਕਿ request to mark a vigilance inquiry against the biggest scam which has been occurred in the MC Ludhiana, due to which many crore of rupees has been drained out from the public exchequer by some office or of the B&R branch municipal corporation Ludhiana। ਸਬਜੈਕਟ ਤੋਂ ਹੀ ਤੁਸੀਂ ਇਹਦੀ ਸੈਂਸਿਟੀਵਿਟੀ ਦਾ ਅੰਦਾਜ਼ਾ ਲਗਾ ਸਕਦੇ ਹੋ। ਪੋਲੀਟੀਕਲ ਬੰਦਿਆਂ ਤੋਂ ਕੋਈ ਉਮੀਦ ਨਹੀਂ, ਅਫਸਰਾਂ ਨੇ ਤਾਂ ਖਾਧਾ, ਗੱਲ ਸੁਣੋ, ਅਫਸਰਾਂ ਨੇ ਕਿਉਂ ਜਵਾਬ ਦੇਣਾ, ਅਫਸਰਾਂ ਨੇ ਤਾਂ ਖਾਧਾ। ਪੋਲੀਟੀਕਲ ਮਿਲੀ ਭੁਗਤ ਹੈਗੀ ਆ, ਕੋਈ ਆਫੀਸਰ, ਕੋਈ ਤੁਸੀਂ ਅੱਜ ਲੁਧਿਆਣੇ ਦੇ ਵਿੱਚ 7.5 ਮਹੀਨੇ ਹੋ ਗਏ, ਉੱਠ ਕੇ ਕਿਸੇ ਨੇ ਕਿਹਾ ਵੀ ਹਾਂ ਅਸੀਂ ਦਿੰਦੇ ਹਾਂ 7.5 ਕਰੋੜ ਦੇ 212 ਕਰੋੜ ਰੁਪਏ ਦੇ ਜੋ ਲੱਗਿਆ ਸਾਡਾ ਮੇਨਟੇਨੈਂਸ ਵਰਕ 'ਤੇ ਦਾ ਹਿਸਾਬ ਦਿੰਦੇ ਆ, ਜਾਂ ਕੋਈ ਪੋਲੀਟੀਕਲ ਬੰਦੇ ਦੀ ਤੁਸੀਂ ਰਾਏ ਮੰਗੀ ਆ, ਕੁਛ ਨਹੀਂ ਹੈਗਾ। ਇਲੈਕਸ਼ਨ ਨੇੜੇ ਆ, ਇਸ ਕਰਕੇ ਉਹਨਾਂ ਨੇ ਸੋਚਿਆ ਕਿ ਅਗਰ ਅਸੀਂ ਇਸ ਮਾਮਲੇ ਦੇ ਵਿੱਚ ਬੋਲਾਂਗੇ ਤਾਂ ਸਾਡਾ ਨੁਕਸਾਨ ਹੋਏਗਾ। ਉਹ ਵੀ ਸਿਆਣੇ ਨੇ, ਚੁੱਪ ਕਰਕੇ ਬੈਠੇ ਨੇ। ਘਟਾਲਾ ਕਾਂਗਰਸ ਦੀ ਸਰਕਾਰ ਦੇ ਦਰਮਿਆਨ ਹੋਇਆ, ਗੱਲ ਸੁਣ ਲਓ, ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਆ ਇਹ 2015-16 ਤੋਂ 2019-20 ਦੀ ਆ। ਨੈਚੁਰਲੀ ਇਹ ਕਾਂਗਰਸ ਦੇ ਸਰਕਾਰ ਦੀ ਇਹ ਫਿਗਰ ਹੈਗੀ ਆ, ਘਟਾਲਾ ਇਹਨਾਂ ਦੇ ਦਰਮਿਆਨ ਹੀ ਹੋਇਆ, ਤਾਂ ਟੋਟਲ ਰਿਸਪੌਂਸਿਬਿਲਿਟੀ ਇਹਨਾਂ ਦੀ ਬਣਦੀ ਆ ਜਵਾਬ ਦੇਣ ਦੀ। ਅਤੇ ਜੇ ਹੁਣ ਘਟਾਲਾ ਇਹਨਾਂ ਦੀ ਸਰਕਾਰ 'ਚ ਹੋਇਆ ਤਾਂ ਫਿਰ ਅਸੀਂ ਕੋਈ ਆਮ ਆਦਮੀ ਪਾਰਟੀ ਜਾਂ ਕੋਈ ਅਸੀਂ ਅਕਾਲੀ ਦਲ ਤੋਂ ਜਵਾਬ ਥੋੜ੍ਹੀ ਲੈਣ ਜਾਣਾ, ਜਵਾਬ ਤਾਂ ਅਸੀਂ ਫਿਰ ਇਹਨਾਂ ਤੋਂ ਮੰਗਾਂਗੇ, ਕਾਂਗਰਸ ਤੋਂ ਮੰਗਾਂਗੇ। ਆ ਕੇ ਇਹਨਾਂ ਦੇ MLA ਸਾਹਿਬਾਨ, ਇਹਨਾਂ ਦੇ ਮੰਤਰੀ ਸਾਹਿਬਾਨ ਜਵਾਬ ਦੇਣ, ਦੱਸਣ ਵੀ ਕਿੱਥੇ 212 ਕਰੋੜ ਰੁਪਈਆ ਲੱਗਿਆ, ਕਿਹੜੇ ਪੇਵਰ, ਕਿਹੜੇ ਸੜਕਾਂ ਇਹਨਾਂ ਨੇ ਚੌੜੀਆਂ ਕੀਤੀਆਂ ਨੇ, ਕੀ ਕੀਤਾ। ਕੱਲੀ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਇਲੈਕਟਿਡ ਪਰਸਨ ਹੈਗੇ ਆ, ਸਾਡੀ ਪਬਲਿਕ ਦੇ ਪ੍ਰਤੀ ਰਿਸਪੌਂਸੀਬਿਲਟੀ ਬਣਦੀ ਹੈ। ਜੇ ਰਿਸਪੌਂਸੀਬਿਲਟੀ ਬਣਦੀ ਹੈ ਤਾਂ ਫਿਰ ਇਹ ਹਿਸਾਬ ਦੇਣਾ ਵੀ ਤਾਂ ਇੱਕ ਰਿਸਪੌਂਸੀਬਿਲਟੀ ਦਾ ਹਿੱਸਾ ਆ।
ਤੇ ਤੁਸੀਂ ਦਿਓ ਹਿਸਾਬ ਹੁਣ ਇਹਨਾਂ ਪੈਸਿਆਂ ਦਾ, ਕਿਉਂਕਿ ਪੈਸਾ ਤੇ ਸਾਡੇ ਟੈਕਸਾਂ ਦਾ, ਇਹ ਇਹਨਾਂ ਨੇ ਥੋੜ੍ਹੀ ਕੋਈ ਕਮਾਇਆ ਆ। ਕੋਈ ਪਾਣੀ ਦਾ ਬਿੱਲ ਦਿੰਦੇ ਆ, ਕੋਈ ਸੀਵਰੇਜ ਦਾ ਦਿੰਦੇ ਆ, ਕੋਈ ਪ੍ਰੋਪਰਟੀ ਟੈਕਸ ਦਾ ਦਿੰਦੇ ਆ, ਹਜ਼ਾਰਾਂ ਤਰ੍ਹਾਂ ਦੇ ਟੈਕਸ ਦਿੰਦੇ ਆ, ਕਾਊਸੈਸ ਦਿੰਦੇ ਆ, ਤਾਂ ਜਾ ਕੇ ਇਹ ਇੰਨਾ ਪੈਸਾ ਬਣਦਾ। ਤੇ ਤੁਸੀਂ ਖਰਚ ਕਰਤਾ ਮਿੰਟਾਂ ਦੇ ਵਿੱਚ। ਤੇ ਅਗਰ ਪੋਲੀਟੀਕਲ ਲੋਕ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਨਹੀਂ ਹੈਗੇ ਤਾਂ ਆਫੀਸਰ ਤਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਨਾ ਭੱਜ ਸਕਦਾ। ਅਕਸਰ ਤਾਂ ਸਿਗਨੇਚਰ ਉਹਨਾਂ ਨੇ ਕੀਤੇ ਆ, ਦੇ ਦੇਣਗੇ ਜਵਾਬ ਫਿਰ ਇਸ ਮਾਮਲੇ 'ਚ। ਸਰ ਪਹਿਲਾਂ ਵੀ ਅਸੀਂ ਤੁਹਾਡੇ ਕੋਲ ਆਉਂਦੇ ਰਹੇ ਹਾਂ, ਤੁਸੀਂ ਕਾਫੀ ਜੋ ਮੁੱਦੇ ਨੇ ਉਹਨਾਂ ਨੂੰ ਲੋਕਾਂ ਅੱਗੇ ਲੈ ਕੇ ਆਏ ਹੋ, ਪਰ ਹਰ ਵਾਰ ਇੱਕ ਜੋ ਕਾਮਨ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਤੁਸੀਂ RTI ਫਾਈਲ ਕਰਦੇ ਹੋ, ਕੰਪਲੇਂਟ ਫਾਈਲ ਕਰਦੇ ਹੋ, ਬਟ ਅੱਗੋਂ ਕੋਈ ਜਵਾਬਦੇਹੀ ਨਹੀਂ ਹੁੰਦੀ। ਕਿ ਸਰਕਾਰ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਤਾਂ ਜ਼ਰੂਰ ਬਣਾਤਾ, ਪਰ ਉਸ ਦੇ ਵਿੱਚ ਵੀ ਹਜੇ ਕੁਛ ਨਾ ਕੁਛ ਲੂਪ ਹੋਲ ਹੈ, ਕਿਉਂਕਿ ਲੋਕਾਂ ਦੇ ਵਿੱਚ ਜਾਂ ਆਪਾਂ ਕਹਿ ਦਈਏ ਸਰਕਾਰ ਦੇ ਖੁਦ ਦੇ ਵਿੱਚ ਜਾਂ ਆਫੀਸ਼ੀਅਲਸ ਦੇ ਵਿੱਚ ਉਹ ਡਰ ਨਹੀਂ ਹੈਗਾ RTI ਦਾ, ਕਿਉਂਕਿ ਜਵਾਬ ਹੀ ਨਹੀਂ ਦਿੱਤੇ ਜਾਂਦੇ ਟਾਈਮ 'ਤੇ। ਐਕਚੁਅਲੀ ਕੀ ਹੈ ਨਾ ਜੀ, ਜਦੋਂ ਅਸੀਂ ਇਨਫੋਰਮੇਸ਼ਨ ਮੰਗਦੇ ਹਾਂ, ਜਿਹੜੇ ਇਨਫੋਰਮੇਸ਼ਨ ਮੰਗਦੇ ਆ, ਜਿਹੜੇ ਅੱਗੇ ਇਨਫੋਰਮੇਸ਼ਨ ਕਮਿਸ਼ਨਰਸ ਵੀ ਨੇ ਨਾ, ਉਹ ਵੀ ਬਿਊਰੋਕਰੇਟਸ ਹੀ ਨੇ। ਜਾਨੀ ਇੱਥੋਂ IAS PCS ਰਿਟਾਇਰ ਹੋਏ, ਉੱਥੇ ਜਾ ਕੇ ਕਮਿਸ਼ਨਰ ਲੱਗ ਗਏ। ਜੋ ਵੇ ਆਫ ਵਰਕਿੰਗ ਇੱਥੇ ਸੀ ਤਾਨਾਸ਼ਾਹੀ ਵਾਲੀ, ਉਹੀ ਤਾਨਾਸ਼ਾਹੀ ਵਾਲੀ ਵੇ ਆਫ ਵਰਕਿੰਗ ਉੱਥੇ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ RTI ਦੇ ਵਿੱਚ ਇੰਨਾ ਕੁਛ ਹੈ ਜਿਹਦੀ ਉਹਨਾਂ ਨੂੰ ਖੁਦ ਨੌਲੇਜ ਹੀ ਹੈ ਨਹੀਂ। ਜੇ ਉਹਨਾਂ ਕੋਲੋਂ ਕੁਐਸਚਨ ਕੀਤੇ ਜਾਣਗੇ, ਇੰਨੇ ਤਰ੍ਹਾਂ ਦੇ ਆਰਡਰ ਹੋਏ ਆ ਕਿ ਪਹਿਲੀ ਡੇਟ 'ਤੇ ਤੁਸੀਂ ਬਰਡਨ ਆਫ ਪ੍ਰੂਫ ਰਿਲੀਜ਼ ਕਰਾਉਣਾ, ਫਸਟ ਅਪੀਲੈਂਟ ਅਥਾਰਟੀ ਦਾ ਰਿਪਲਾਈ ਫਾਈਲ ਨਾ ਕਰਨਾ, DOPT ਦੇ ਆਰਡਰ ਦੀ ਕੰਪਲਾਇੰਸ ਨਾ ਕਰਨਾ, ਔਰ ਕਿਸੇ ਆਫੀਸਰ ਦੇ ਅਗੇਂਸਟ ਡਿਸਪਲਿਨਰੀ ਐਕਸ਼ਨ ਰਿਕਮੈਂਡ ਕਰਨਾ, ਪੈਨਲਟੀ ਲਾਣਾ, ਇਹ ਸਾਰੇ ਚੀਜ਼ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਲੇਕਿਨ ਕੀ ਹੈ ਕਿ ਇਹ ਯੂਜ਼ ਨਹੀਂ ਕਰਦੇ ਹੈਗੇ। ਕਿਉਂ? ਹੋ ਸਕਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਇਹਨਾਂ ਅਫਸਰਾਂ ਦੇ ਉੱਤੇ ਤਰਸ ਆਉਂਦਾ ਹੋਵੇ, ਤੇ ਜਾਂ ਫਿਰ ਇਹ ਆਪਣੀਆਂ ਪਾਵਰਾਂ ਨੂੰ ਐਗਜ਼ੀਕਿਊਟ ਕਰਨਾ ਭੁੱਲ ਗਏ ਆ। ਅਸੀਂ ਤਾਂ ਕਹਿੰਦੇ ਸਾਨੂੰ 2 ਮਹੀਨੇ ਵਾਸਤੇ ਇਨਫੋਰਮੇਸ਼ਨ ਕਮਿਸ਼ਨਰ ਲਗਾਓ, ਤੇ ਤੁਸੀਂ ਇਨਫੋਰਮੇਸ਼ਨ ਦਾ RTI ਐਕਟ ਦਾ ਟੈਰਰ ਜਿਹੜਾ ਨਾ, ਉਹ ਦੇਖੋਗੇ ਕਿ ਐਕਟ ਦੀ ਕੀ ਪਾਵਰ ਔਰ ਐਕਟ ਦਾ ਕੀ ਟੈਰਰ ਹੈਗਾ। ਇਹਦੇ ਵਿੱਚ ਇਨਫੋਰਮੇਸ਼ਨ ਕਮਿਸ਼ਨਰ ਦਾ ਬਹੁਤ ਵੱਡਾ ਫੇਲੀਅਰ ਹੈ ਜੀ। ਉਹ ਕੋਈ ਕਾਰਵਾਈ ਨਹੀਂ ਕਰ ਰਹੇ ਇਹਨਾਂ ਅਫਸਰਾਂ ਦੇ ਉੱਤੇ, ਪਤਾ ਨਹੀਂ ਉਹਨਾਂ ਦੀ ਵੀ ਮਿਲੀ ਭੁਗਤ ਹੈ ਕੀ ਨਹੀਂ ਹੈਗੀ। ਅਗਰ ਅਸੀਂ ਉਹਨਾਂ ਦੇ ਨਾਲ ਔਨ ਰਿਕਾਰਡ ਲੀਗਲ ਤਰੀਕੇ ਦੇ ਨਾਲ ਬਹਿਸ ਕਰਨੀ ਸ਼ੁਰੂ ਕਰਦੇ ਹਾਂ ਤਾਂ ਉਹਨਾਂ ਕੋਲੇ ਜਵਾਬ ਹੀ ਨਹੀਂ ਹੁੰਦਾ। ਤੁਸੀਂ ਇਨਫੋਰਮੇਸ਼ਨ ਕਮਿਸ਼ਨ ਦੀ ਵੈਬਸਾਈਟ ਖੋਲ੍ਹ ਲਓ, 100 ਦੇ ਵਿੱਚੋਂ ਤੁਹਾਨੂੰ 98 ਕੇਸ ਇੱਦਾਂ ਦੇ ਮਿਲਣਗੇ ਜਿਨ੍ਹਾਂ ਦੇ ਵਿੱਚ ਜਿਹੜੀ ਡੀਮਡ ਡਿਨਾਇਲ ਹੈ। ਡੀਮਡ ਡਿਨਾਇਲ ਕੀ ਹੈ ਕਿ ਮੰਨ ਲਓ ਕਿਸੇ ਡਿਪਾਰਟਮੈਂਟ ਨੇ ਜਵਾਬ ਨਹੀਂ ਦਿੱਤਾ 30 ਦਿਨ ਦੇ ਵਿੱਚ, ਤਾਂ ਉਹਦੀ ਐਕਸਪਲੇਨੇਸ਼ਨ ਦੇਣੀ ਹੁੰਦੀ ਹੈ ਵੀ ਮੈਂ ਜਵਾਬ 30 ਦਿਨ ਦੇ ਵਿੱਚ ਕਿਉਂ ਨਹੀਂ ਦਿੱਤਾ, ਔਰ ਉਹ ਐਕਸਪਲੇਨੇਸ਼ਨ ਆਰਡਰ ਦੇ ਵਿੱਚ ਰਿਕਾਰਡ ਹੁੰਦੀ ਆ। ਕੋਈ ਇਨਫੋਰਮੇਸ਼ਨ ਕਮਿਸ਼ਨਰ ਬਰਡਨ ਆਫ ਪ੍ਰੂਫ ਰਿਲੀਜ਼ ਕਰਾ ਕੇ ਰਾਜੀ ਨਹੀਂ ਹੈਗਾ। ਇਸ ਤਰ੍ਹਾਂ ਨਹੀਂ ਹੈਗਾ ਕਿ ਉਹਨਾਂ ਨੂੰ ਨਹੀਂ ਪਤਾ, ਅਸੀਂ ਲਿਖਤੀ ਤੌਰ ਦੇ ਉੱਤੇ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ, ਔਰ ਜਿਹੜੀ ਵੀ ਸਾਡੀ ਐਪਲੀਕੇਸ਼ਨ ਦੇ ਵਿੱਚ ਡੀਮਡ ਡਿਨਾਇਲ ਹੁੰਦੀ ਹੈ ਅਸੀਂ ਉਹਨੂੰ ਦਿਖਾਉਂਦੇ ਹਾਂ ਕਿ ਇਹਦੇ ਵਿੱਚ ਡੀਮਡ ਡਿਨਾਇਲ ਹੈਗੀ ਆ। ਹੁਣ B&R ਦਾ ਕੰਮ ਕਰਨ ਦਾ ਤਰੀਕਾ ਦੇਖ ਲਓ ਤੁਸੀਂ, ਠੀਕ ਆ। ਆਹ ਲਿਖ ਦਿੱਤਾ ਜੀ PIO ਜ਼ੋਨ ਏ B&R ਨਗਰ ਨਿਗਮ ਲੁਧਿਆਣਾ, ਜਦ ਕਿ DOPT ਦੇ ਆਰਡਰ ਦੇ ਮੁਤਾਬਕ ਇਹਨਾਂ ਨੇ ਆਪਣਾ ਨਾਮ, ਨੰਬਰ ਔਰ ਈਮੇਲ ਐਡਰੈਸ ਵਗੈਰਾ ਸਾਰਾ ਕੁਝ ਦੇਣਾ। ਆ ਥੱਲੇ ਜਿਹੜੇ ਜ਼ੋਨ ਏ, ਜ਼ੋਨ D ਤੇ ਜ਼ੋਨ 2 ਬੰਦੇ ਆ ਕੋਈ ਲੱਗੇ ਆ, ਇਹ ਲੱਗਦਾ ਵਿਚਾਰੇ ਕੰਟਰੈਕਟ ਤੇ ਲੱਗੇ ਹੋਣਗੇ ਇਹਨਾਂ ਕੋਲੇ। ਜੇ ਬੈਠੇ ਮੈਨੂੰ ਸੈਕਸ਼ਨ 2F79 ਦੀ ਮਤਲਬ ਵੀ ਦੱਸ ਦੇਣ ਤਾਂ ਮੈਨੂੰ ਨਹੀਂ ਲੱਗਦਾ ਵੀ ਸੈਕਸ਼ਨ 2F ਤੇ 79 ਦਾ ਇਹਨਾਂ ਨੂੰ ਕੋਈ ਮਤਲਬ ਪਤਾ ਹੋਊਗਾ ਵੀ ਵੋਲਮਨਸ ਇਨਫੋਰਮੇਸ਼ਨ ਦੇ ਉੱਤੇ ਤੁਸੀਂ ਇਨਫੋਰਮੇਸ਼ਨ ਦਾ ਡਿਨਾਈ ਕਰ ਹੀ ਨਹੀਂ ਸਕਦੇ। ਇਨਫੋਰਮੇਸ਼ਨ ਡਿਨਾਈ ਤਾਂ ਹੁੰਦੀ ਹੈ ਸੈਕਸ਼ਨ 8 ਔਰ ਸੈਕਸ਼ਨ 9 ਦੇ ਵਿੱਚ, ਤੇ ਇਹ ਕਹਿੰਦੇ ਆ ਜੀ ਸੈਕਸ਼ਨ 2F ਦੇ ਵਿੱਚ ਫਾਲ ਨਹੀਂ ਕਰਦੀ। ਸੈਕਸ਼ਨ 2F ਦਾ ਮਤਲਬ ਵੀ ਤੁਹਾਡੀ RTI ਤੁਹਾਨੂੰ ਜਿਹੜੀ RTI ਬਣਾਉਣੀ ਨਹੀਂ ਆਈ, ਮਤਲਬ ਡਰਾਫਟ ਨਹੀਂ ਕਰਨੀ ਆਈ। ਤੇ ਜੇ ਹਿੰਦੁਸਤਾਨ ਦੇ ਵਿੱਚ ਮੇਰੇ ਵਰਗਾ ਬੰਦਾ FTI ਡਰਾਫਟ ਨਹੀਂ ਨਾ ਕਰ ਸਕਦਾ ਤਾਂ ਕੋਈ ਵੀ ਨਹੀਂ ਕਰ ਸਕਦਾ। ਮੈਂ ਤੁਹਾਨੂੰ ਦੱਸਾਂ, ਇਹ ਸਭ ਵੇਗ ਤੇ ਝੂਠੇ ਸੈਕਸ਼ਨ ਲਗਾ ਕੇ ਐਪਲੀਕੈਂਟ ਨੂੰ ਪਹਿਲਾਂ ਪਰੇਸ਼ਾਨ ਕੀਤਾ ਜਾਂਦਾ, ਦੌੜਾਇਆ ਜਾਂਦਾ, ਫਿਰ ਸਾਲ, 1.5, 2 ਸਾਲ ਜੋ ਨਿਕਲ ਜਾਂਦੇ ਆ, ਅਖੀਰ 'ਚ ਆ ਕੇ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਮਤਲਬ ਇਹ ਜਿਹਦੇ ਨਾਲ ਇਨਕੁਆਇਰੀਆਂ ਜਿਹੜੀਆਂ 2 ਮਹੀਨੇ 'ਚ ਸ਼ੁਰੂ ਹੋਣੀਆਂ ਜਾ ਕੇ 2-2 ਸਾਲ ਬਾਅਦ ਸ਼ੁਰੂ ਹੁੰਦੀਆਂ, ਇਹ ਆਪਣਾ ਬਚਾਅ ਤਾਂ ਕਰਨਾ ਚਾਹੁੰਦੇ ਆ, ਲੇਕਿਨ ਐਂਡ ਆਫ ਦਾ ਡੇ ਇਹਨਾਂ ਦਾ ਬਚਾਅ ਨਹੀਂ ਹੁੰਦਾ। ਸਰ
ਤੁਹਾਡੀ ਅਗਲੀ ਕਾਰਵਾਈ ਕੀ ਹੋਏਗੀ ਇਸ ਪੂਰੇ ਮੈਟਰ ਦੇ ਵਿੱਚ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸੈਕਸ਼ਨ 4 ਦੇ ਵਿੱਚ ਹੁਣ ਮੈਂ ਜਿਹੜਾ ਡਿਪਾਰਟਮੈਂਟ ਹੈਗਾ, ਡਿਪਾਰਟਮੈਂਟ ਆਫ ਜਿਹਨੂੰ ਲਿਖਿਆ ਇਨਫੋਰਮੇਸ਼ਨ ਕਮਿਸ਼ਨ ਨੇ, ਇੱਕ ਤਾਂ ਗਵਰਨੈਂਸ ਨੂੰ ਅਸੀਂ ਚਿੱਠੀ ਪਾਉਣ ਲੱਗੇ ਹਾਂ ਵੀ ਤੁਸੀਂ ਜਿਹੜਾ ਕੋਈ ਇਹਨਾਂ ਨੂੰ ਲੈਟਰ ਕੱਢਿਆ, ਇਹਦੇ ਵਿੱਚ ਮੈਂ ਤਕਰੀਬਨ 9 ਡਿਪਾਰਟਮੈਂਟਾਂ ਦੇ ਨਾਮ ਲਿੱਤੇ ਆ, ਤੇ ਵੀ ਇੱਕ ਤਾਂ ਇਹਨਾਂ ਨੂੰ ਜਿਹੜੀਆਂ ਤੁਸੀਂ ਚਿੱਠੀਆਂ ਕੱਢੀਆਂ ਉਹਨਾਂ ਦੀਆਂ ਕਾਪੀਆਂ ਦੇ ਦਿਓ, ਔਰ ਦੂਜਾ ਕਿ ਤੁਸੀਂ ਜੋ ਇਨਫੋਰਮੇਸ਼ਨ ਕਮਿਸ਼ਨ ਦੀ ਹੁਣ ਡੇਟ ਆ ਜਾਣੀ ਹੈ, ਕੇਸ ਲੱਗੇ ਹੋਏ ਨੇ ਜਾਂ ਰਿਮਾਈਂਡਰ ਵੀ ਜਾ ਰਹੇ ਨੇ, ਤਾਂ ਸਾਡੇ ਵੱਲੋਂ ਇਹੀ ਹੋਊਗਾ ਵੀ ਜੋ ਵੀ ਰਿਕਾਰਡ ਸਾਡੇ ਕੋਲੇ ਆ ਰਿਹਾ ਅਸੀਂ ਤਾਂ ਉਸੇ ਵੇਲੇ ਚੱਕ ਕੇ ਫੇਸਬੁੱਕ 'ਤੇ ਪਾ ਦਿੰਦੇ ਹਾਂ। ਸਾਨੂੰ ਤਾਂ ਡਰ ਨਹੀਂ ਲੱਗਦਾ ਪਿਆ, ਡਰ ਇਹਨਾਂ ਨੂੰ ਲੱਗਦਾ ਪਿਆ ਜਿਹੜਾ ਲੁਕਾਉਂਦੇ ਪਏ ਨੇ ਰਿਕਾਰਡ। ਅਤੇ ਮੈਂ ਚੈਲੰਜ ਕਰਦਾ ਕਿ ਅਗਰ ਇਹ ਠੀਕ ਹੈਗੇ ਆ ਅਤੇ ਤੁਸੀਂ ਆਪਣਾ ਰਿਕਾਰਡ ਸਾਡੇ ਮੂਹਰੇ ਰੱਖ ਦਿਓ। ਜੇ ਤੁਸੀਂ ਠੀਕ ਨਹੀਂ ਹੈਗੇ ਤਾਂ ਤੁਸੀਂ ਜਿਹੜੀ ਫੰਡਸ ਦੀ ਦੁਰਵਰਤੋਂ ਕੀਤੀ ਆ, ਉਹਨਾਂ ਦੀ ਫੰਡਸ ਦੀ ਦੁਰਵਰਤੋਂ ਕੀਤੀ ਆ, ਤਾਂ ਉਹਨਾਂ ਦੀ FIR ਕਰਵਾਉਣ ਦੇ ਲਈ ਆਪਣੇ 'ਤੇ ਤਿਆਰ ਰਹੀਓ। ਪਰਚਾ ਤਾਂ ਦਰਜ ਹੋਣਾ ਫਿਰ ਇਸ ਮਾਮਲੇ ਦੇ ਉੱਤੇ ਕਿ ਤੁਸੀਂ ਸਰਕਾਰੀ ਧਨ ਦੇ ਵਿੱਚ ਗਬਨ ਕੀਤਾ, ਔਰ ਇਹਦੀ ਕੰਪਲੇਂਟ ਮੈਂ ਆਲਰੇਡੀ CAG CAG ਨੂੰ ਔਰ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਨੂੰ ਵੀ ਇਹਦੀ ਕੰਪਲੇਂਟ ਕਰਕੇ ਇੰਟੀਮੇਸ਼ਨ ਦੇ ਚੁੱਕਾ ਹਾਂ ਕਿ ਜਦੋਂ ਤੁਸੀਂ ਇਹਨਾਂ ਦਾ ਆਡਿਟ ਕਰਨ ਆਉਣਾ ਤੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਕਿਉਂਕਿ ਇਹ 212 ਕਰੋੜ ਵਾਲੇ ਮੈਟਰ ਦੇ ਵਿੱਚ ਬਹੁਤ ਜ਼ਿਆਦਾ ਹੌਚ-ਪੌਚ ਹੈਗਾ ਆ। ਸ਼ੁਕਰੀਆ ਸਰ। ਥੈਂਕ ਯੂ ਮੈਮ। ਰੋਹਿਤ ਸੱਭਰਵਾਲ ਜੀ ਦਾ ਕਹਿਣਾ ਹੈ ਕਿ ਜੋ 212 ਕਰੋੜ ਸੜਕਾਂ 'ਤੇ ਖਰਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਉਹ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ। ਅਗਰ ਸੜਕਾਂ 'ਤੇ ਖਰਚ ਹੋਇਆ ਹੁੰਦਾ ਇੰਨਾ ਪੈਸਾ ਤਾਂ ਨਜ਼ਰ ਵੀ ਆਉਂਦਾ। ਬਾਰ-ਬਾਰ RTI ਫਾਈਲ ਕੀਤੀ ਜਾ ਰਹੀ ਹੈ, ਕੰਪਲੇਂਟਸ ਫਾਈਲ ਕੀਤੀਆਂ ਜਾ ਰਹੀਆਂ ਨੇ, ਬਟ ਕੋਈ ਵੀ ਜਵਾਬਦੇਹੀ ਨਹੀਂ ਆ ਰਹੀ ਅੱਗੇ ਆਫੀਸ਼ੀਅਲਸ ਵੱਲੋਂ। ਅਤੇ ਰੋਹਿਤ ਸੱਭਰਵਾਲ ਜੀ ਕਹਿ ਰਹੇ ਨੇ ਕਿ ਜੋ ਵੀ ਜਵਾਬਦੇਹੀ ਆਉਂਦੀ ਆ ਉਸ ਦੇ ਉੱਤੇ ਬਣਦੀ ਜੋ ਵੀ ਕਾਰਵਾਈ ਹੋਏਗੀ, ਅਗਰ ਕੋਈ ਵੀ ਘੁਟਾਲਾ ਹੁੰਦਾ ਤਾਂ FIR ਜ਼ਰੂਰ ਇਹਨਾਂ ਵੱਲੋਂ ਫਾਈਲ ਕਰਵਾਈ ਜਾਏਗੀ ਅਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਅਤੇ ਰਿਕੁਐਸਟ ਕੀਤੀ ਜਾਏਗੀ ਆਫੀਸ਼ੀਅਲਸ ਨੂੰ ਕਿ ਉਹ ਕੀਤੀ ਜਾਵੇ। ਇਸੀ ਦੇ ਨਾਲ ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।